आवांगा, मैं तेरी पाक है गलवल, सिर अपना निभावांगा। तेरे फजल ते रहमत नाल तेरे घर विच आवांगा, मैं तेरी पाक है गलवल, सिर अपना निभावांगा। तेरे फजल ते रहमत नाल खुदावंदा मेरे अगे तू अपने रानू सीता कर, मेरे दूत बतेरे हन तू ओ सच्चाई विच रहबर। खुदावंदा मेरे अगे तू अपने रानू सीता कर, मेरे दूत बतेरे हन तू ओ सच्चाई विच रहबर। तेरे फजल ते रहमत नाल तेरे घर विच आवांगा, मैं तेरी पाक है गलवल, सिर अपना निभावांगा। तेरे फजल ते रहमत नाल बाप अते बेटे अते रूह पाक दे नाम उते साडे प्रभु यीशु मसीह दा फजल, खुदा बाप दा प्रेम अते रूह पाक दी सांझ तुहाडे नाल होवे ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਮਸੀਹ ਵਿੱਚ ਮੇਰੇ ਪਿਆਰੇ ਭਰਾਵੋ ਤੇ ਭੈਣੋ, ਅੱਜ ਜਿਸ ਤਰ੍ਹਾਂ ਕਿ ਅਸੀਂ ਸਾਰੇ ਜਣੇ ਪ੍ਰਭੂ ਦੀ ਹਜ਼ੂਰੀ ਵਿੱਚ ਆਏ ਹਾਂ, ਸਭ ਤੋਂ ਪਹਿਲਾਂ ਆਓ ਅਸੀਂ ਸਾਰੇ ਜਣੇ ਪ੍ਰਭੂ ਨੂੰ ਅੱਜ ਦੇ ਇਸ ਨਵੇਂ ਦਿਨ ਦੇ ਲਈ, ਆਪਣੇ ਜੀਵਨ ਦੇ ਲਈ ਅਤੇ ਬੀਤੀ ਹੋਈ ਰਾਤ ਦੇ ਲਈ ਅਸੀਂ ਧੰਨਵਾਦ ਕਰੀਏ, ਖੁਦਾ ਦੀ ਵਡਿਆਈ ਕਰੀਏ। ਅਸੀਂ ਸਾਰੇ ਜਣੇ ਪਾਪੀ ਇਨਸਾਨ ਹਾਂ। ਬਹੁਤ ਵਾਰ ਅਸੀਂ ਖੁਦਾ ਦੇ ਰਸਤੇ ਤੋਂ ਭਟਕ ਜਾਂਦੇ ਹਾਂ। ਅਸੀਂ ਖੁਦਾ ਦੇ ਵਿਰੁੱਧ ਪਾਪ ਕਰਦੇ ਹਾਂ, ਆਪਣੇ ਪਾਪਾਂ ਦੇ ਰਾਹੀਂ ਖੁਦਾ ਨੂੰ ਦੁਖੀ ਕਰਦੇ ਹਾਂ। ਇਸ ਲਈ ਪਿਆਰੇ ਭਰਾਓ ਤੇ ਭੈਣੋ, ਇਸ ਪਾਕ ਕੁਰਬਾਨੀ ਨੂੰ ਯੋਗ ਢੰਗ ਨਾਲ ਚੜਾਉਣ ਦੇ ਲਈ ਆਓ ਅਸੀਂ ਸਾਰੇ ਜਣੇ ਆਪਣੇ ਪਾਪਾਂ ਨੂੰ ਕਬੂਲ ਕਰੀਏ ਅਤੇ ਆਖੀਏ, ਮੈਂ ਇਕਬਾਲ ਕਰਦਾ ਹਾਂ ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਐ ਭਰਾਵੋ ਤੇ ਭੈਣੋ ਕਿ ਮੈਂ ਸੋਚਣ ਨਾਲ, ਬੋਲਣ ਨਾਲ, ਕਰਨ ਨਾਲ ਅਤੇ ਆਪਣੇ ਕਰਤੱਵ ਛੱਡਣ ਨਾਲ ਬਹੁਤ ਗੁਨਾਹ ਕੀਤੇ। ਮੈਂ ਆਪਣੇ ਦੋਸਤ ਦੇ ਨਾਲ, ਆਪਣੇ ਦੋਸਤ ਦੇ ਨਾਲ, ਆਪਣੇ ਵੱਡੇ ਦੋਸਤ ਦੇ ਨਾਲ, ਇਸ ਲਈ ਮੈਂ ਧੰਨ ਸਦਾ ਕੁਆਰੀ ਮਰੀਮ, ਸਾਰੇ ਫਰਿਸ਼ਤਿਆਂ ਅਤੇ ਸੰਤਾਂ ਅਤੇ ਤੁਹਾਡੇ ਅੱਗੇ ਐ ਭਰਾਵੋ ਤੇ ਭੈਣੋ ਬੇਨਤੀ ਕਰਦੀ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰੋ। ਪੂਰੀ ਕੁਦਰਤ ਵਾਲਾ ਖੁਦਾ ਸਾਡੇ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਦੀਵੀ ਜੀਵਨ ਤੱਕ ਪਹੁੰਚਾਵੇ। प्रभु दया करो, प्रभु दया करो, मसीह दया करो, मसीह दया करो, प्रभु दया करो, प्रभु दया करो। ਅਸੀਂ ਪ੍ਰਾਰਥਨਾ ਕਰੀਏ। ਐ ਖੁਦਾ ਤੂੰ ਸਾਰੀਆਂ ਚੰਗਿਆਈਆਂ ਦਾ ਸੋਮਾ ਹੈ
ਅਤੇ ਤੇਰੀ ਭਲਾਈ ਤੇਰੇ ਅੱਗੇ ਦੁਆ ਕਰਨ ਵਾਲੇ ਤੇਰੇ ਲੋਕਾਂ ਦੀਆਂ ਸਭ ਇੱਛਾਵਾਂ ਤੇ ਸਾਰੀਆਂ ਖੂਬੀਆਂ ਤੋਂ ਪਰੇ ਹੈ। ਸਾਡੇ ਉੱਤੇ ਆਪਣੀ ਰਹਿਮ ਦਾ ਦਾਨ ਬਰਸਾ ਦੇ। ਜਿਸ ਤੋਂ ਸਾਡੀ ਜ਼ਮੀਰ ਡਰਦੀ ਹੈ ਉਸ ਨੂੰ ਮਾਫ ਕਰ, ਅਤੇ ਜਿਸ ਨੂੰ ਪਾਉਣ ਦੀ ਉਮੀਦ ਰੱਖਣ ਲਈ ਸਾਡੀ ਦੁਆ ਹਿੰਮਤ ਨਹੀਂ ਰੱਖਦੀ ਉਸ ਨੂੰ ਬਖਸ਼ ਦੇ। ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ, ਜੋ ਤੇਰੇ ਨਾਲ ਰੂਹ ਪਾਕ ਦੀ ਏਕਤਾ ਵਿੱਚ ਇੱਕ ਖੁਦਾ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕ। ਪਾਠ ਪਹਿਲਾ। ਗਲਾਤੀਆਂ ਦੇ ਨਾਮ ਸੰਤ ਪੌਲਸ ਦਾ ਪੱਤਰ, ਅਧਿਆਇ 3 ਵਚਨ 7 ਤੋਂ ਲੈ ਕੇ 14 ਤੱਕ। ਇਸ ਲਈ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝੋ ਕਿ ਅਬਰਾਹਮ ਦੀ ਅਸਲੀ ਸੰਤਾਨ ਉਹੀ ਹਨ ਜੋ ਵਿਸ਼ਵਾਸ ਕਰਦੇ ਹਨ। ਧਰਮ ਗ੍ਰੰਥ ਨੇ ਪਹਿਲਾਂ ਹੀ ਇਹ ਦੇਖ ਲਿਆ ਸੀ ਕਿ ਪਰਮੇਸ਼ਰ ਦੂਜੀਆਂ ਕੌਮਾਂ ਨੂੰ ਵਿਸ਼ਵਾਸ ਦੇ ਦੁਆਰਾ ਉਚਿਤ ਠਹਿਰਾਏਗਾ। ਇਸ ਲਈ ਧਰਮ ਗ੍ਰੰਥ ਵਿੱਚ ਅਬਰਾਹਮ ਨੂੰ ਪਹਿਲਾਂ ਹੀ ਇਹ ਸ਼ੁਭ ਸਮਾਚਾਰ ਦਿੱਤਾ ਗਿਆ, ਤੇਰੇ ਦੁਆਰਾ ਪਰਮੇਸ਼ਰ ਸਭ ਕੌਮਾਂ ਨੂੰ ਆਸ਼ੀਸ਼ ਦੇਵੇਗਾ। ਇਸ ਲਈ ਉਹ ਸਭ ਜੋ ਵਿਸ਼ਵਾਸ ਕਰਦੇ ਹਨ, ਅਬਰਾਹਮ ਜਿਸ ਨੇ ਵਿਸ਼ਵਾਸ ਕੀਤਾ ਉਸ ਦੇ ਨਾਲ ਉਸ ਦੀ ਤਰ੍ਹਾਂ ਆਸ਼ੀਸ਼ ਪ੍ਰਾਪਤ ਕਰਨਗੇ। ਉਹ ਸਭ ਜੋ ਵਿਵਸਥਾ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਨ ਸਰਾਪ ਦੇ ਹੇਠਾਂ ਹਨ, ਕਿਉਂਕਿ ਧਰਮ ਗ੍ਰੰਥ ਕਹਿੰਦਾ ਹੈ ਜੋ ਕੋਈ ਵਿਵਸਥਾ ਦੀ ਪੁਸਤਕ ਵਿੱਚ ਲਿਖੀ ਹੋਈ ਹਰ ਗੱਲ ਨੂੰ ਪੂਰਾ ਨਹੀਂ ਕਰਦਾ ਉਹ ਸਰਾਪ ਹੇਠਾਂ ਹੈ। ਇਸ ਲਈ ਇਸ ਤੋਂ ਇਹ ਸਾਫ਼ ਪ੍ਰਗਟ ਹੈ ਕਿ ਕੋਈ ਵਿਵਸਥਾ ਦੇ ਦੁਆਰਾ ਪਰਮੇਸ਼ਰ ਦੇ ਸਾਹਮਣੇ ਉਚਿਤ ਨਹੀਂ ਠਹਿਰਦਾ ਹੈ, ਕਿਉਂਕਿ ਧਰਮ ਗ੍ਰੰਥ ਕਹਿੰਦਾ ਹੈ ਉਹ ਜੋ ਪਰਮੇਸ਼ਰ ਦੇ ਸਾਹਮਣੇ ਉਚਿਤ ਠਹਿਰ ਚੁੱਕਾ ਹੈ ਵਿਸ਼ਵਾਸ ਦੇ ਦੁਆਰਾ ਜਾਵੇਗਾ। ਪਰ ਵਿਵਸਥਾ ਅਤੇ ਵਿਸ਼ਵਾਸ ਵਿੱਚ ਆਪਸੀ ਕੋਈ ਸੰਬੰਧ ਨਹੀਂ ਹੈ। ਇਸ ਬਾਰੇ ਧਰਮ ਗ੍ਰੰਥ ਕਹਿੰਦਾ ਹੈ ਜੋ ਵਿਵਸਥਾ ਦੀਆਂ ਗੱਲਾਂ ਨੂੰ ਪੂਰਾ ਕਰੇਗਾ ਉਹ ਇਹਨਾਂ ਦੇ ਦੁਆਰਾ ਜੀਵੇਗਾ। ਪਰ ਮਸੀਹ ਨੇ ਸਾਨੂੰ ਵਿਵਸਥਾ ਦੇ ਸਰਾਪ ਤੋਂ ਮੁਕਤ ਕਰ ਦਿੱਤਾ ਹੈ। ਉਸ ਨੇ ਸਾਡਾ ਉਹ ਸਰਾਪ ਆਪਣੇ ਉੱਤੇ ਲੈ ਲਿਆ, ਕਿਉਂਕਿ ਧਰਮ ਗ੍ਰੰਥ ਕਹਿੰਦਾ ਹੈ ਸਲੀਬ ਤੇ ਚੜਾਏ ਜਾਣ ਵਾਲਾ ਹਰ ਕੋਈ ਸਰਾਪੀ ਠਹਿਰਦਾ ਹੈ। ਉਸ ਨੇ ਇਹ ਸਭ ਇਸ ਤਰ੍ਹਾਂ ਕੀਤਾ ਕਿ ਅਬਰਾਹਮ ਵਾਲੀ ਆਸ਼ੀਸ਼ ਯਿਸੂ ਦੇ ਦੁਆਰਾ ਹੋਰਨਾਂ ਕੌਮਾਂ ਨੂੰ ਵੀ ਮਿਲੇ, ਅਤੇ ਅਸੀਂ ਵਿਸ਼ਵਾਸ ਦੇ ਦੁਆਰਾ ਪ੍ਰਤਿੱਗਿਆ ਕੀਤੀ ਹੋਈ ਪਵਿੱਤਰ ਆਤਮਾ ਦਾ ਦਾਨ ਪ੍ਰਾਪਤ ਕਰੀਏ। ਇਹ ਰੱਬ ਦੀ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। प्रभु का दर्शन वेग वेग जीवा, प्रभु के चरण तोए तोए पीवा। प्रभु का दर्शन वेग वेग जीवा, प्रभु के चरण तोए तोए पीवा। चन सूरज अंबर दे तारे हुक्म तेरे नाल बन गए सारे। चन सूरज अंबर दे तारे हुक्म तेरे नाल बन गए सारे। जो धरती रचनांदे, जो धरती रचनांदे, प्रभु का दर्शन वेग वेग जीवा, प्रभु के चरण तोए तोए पीवा। प्रभु का दर्शन वेग वेग जीवा, प्रभु के चरण
ਨਾਮ ਜੋ ਦਿਲ ਵਿੱਚ ਰੱਖਦੇ ਹੋ ਜਾਂਦੇ ਹੋ ਕੱਖੋਂ ਲਖਦੇ। ਯਿਸੂ ਨਾਮ ਜੋ ਦਿਲ ਵਿੱਚ ਰੱਖਦੇ ਹੋ ਜਾਂਦੇ ਹੋ ਕੱਖੋਂ ਲਖਦੇ। ਹੋਏ ਦੂਰ ਹਨੇਰੇ, ਹੋਏ ਦੂਰ ਹਨੇਰੇ, ਪ੍ਰਭੂ ਦਾ ਦਰਸ਼ਨ ਵੇਖ ਵੇਖ ਜੀਵਾ। ਪ੍ਰਭੂ ਕੇ ਚਰਨ ਤੋਏ ਤੋਏ ਪੀਵਾ। ਪ੍ਰਭੂ ਦਾ ਦਰਸ਼ਨ ਵੇਖ ਵੇਖ ਜੀਵਾ। ਪ੍ਰਭੂ ਕੇ ਚਰਨ ਤੋਏ ਤੋਏ ਪੀਵਾ। ਤੋਏ ਤੋਏ ਪੀਵਾ। ਤੋਏ ਤੋਏ ਪੀਵਾ। ਲੱਗਦੀ ਮਸੀਹਾ ਤੇਰੀ ਬਾਣੀ, ਮਿੱਠੀ ਲੱਗਦੀ ਮਸੀਹਾ ਤੇਰੀ ਬਾਣੀ। ਸਾਨੂੰ ਪਾਪੀਆਂ ਨੂੰ, ਸਾਨੂੰ ਪਾਪੀਆਂ ਨੂੰ, ਸਾਨੂੰ ਪਾਪੀਆਂ ਨੂੰ। ਮੈਂ ਸੁਣਾਵਾਂਗਾ ਮਸੀਹਾ ਤੇਰੀ ਬਾਣੀ, ਮੈਂ ਸੁਣਾਵਾਂਗਾ ਮਸੀਹਾ ਤੇਰੀ ਬਾਣੀ। ਸਾਰੀਆਂ ਕੌਮਾਂ ਨੂੰ, ਸਾਰੀਆਂ ਕੌਮਾਂ ਨੂੰ, ਸਾਰੀਆਂ ਕੌਮਾਂ ਨੂੰ। तेरी बाणी है मसीहा मेरी जिंदगी, तेरी बाणी है मसीहा मेरी जिंदगी। मन्नागा पूरे दिलों, मन्नागा पूरे दिलों, मन्नागा पूरे दिलों। ਰੱਬ ਤੁਹਾਡੇ ਨਾਲ ਹੋਵੇ ਅਤੇ ਤੁਹਾਡੇ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਸੰਤ ਲੂਕਾ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਐ ਰੱਬਾ। ਉਸ ਦਾ 11 ਬਾਬ ਆਇਤ 14 ਤੋਂ ਲੈ ਕੇ 26 ਤੱਕ। ਯਿਸੂ ਇੱਕ ਆਦਮੀ ਵਿੱਚੋਂ ਅਸ਼ੁੱਧ ਆਤਮਾ ਨੂੰ ਕੱਢ ਰਹੇ ਸਨ। ਅਸ਼ੁੱਧ ਆਤਮਾ ਦੇ ਕਾਰਨ ਉਹ ਆਦਮੀ ਬੋਲ ਨਹੀਂ ਸਕਦਾ ਸੀ, ਪਰ ਜਦੋਂ ਅਸ਼ੁੱਧ ਆਤਮਾ ਨਿਕਲ ਗਈ ਤਾਂ ਉਹ ਬੋਲਣ ਲੱਗ ਪਿਆ। ਲੋਕੀ ਬਹੁਤ ਹੈਰਾਨ ਹੋਏ, ਪਰ ਉਹਨਾਂ ਵਿੱਚੋਂ ਲੋਕੀ ਕਹਿਣ ਲੱਗੇ, ਉਹ ਅਸ਼ੁੱਧ ਆਤਮਾਵਾਂ ਦੇ ਸਰਦਾਰ ਬੇਲਜ਼ਬੂਲ ਦੀ ਮਦਦ ਨਾਲ ਅਸ਼ੁੱਧ ਆਤਮਾਵਾਂ ਨੂੰ ਕੱਢਦੇ ਹਨ। ਕੁਝ ਹੋਰ ਯਿਸੂ ਨੂੰ ਪਰਖਣਾ ਚਾਹੁੰਦੇ ਸਨ। ਉਹ ਚਾਹੁੰਦੇ ਸਨ ਕਿ ਯਿਸੂ ਕੋਈ ਅਦਭੁਤ ਕੰਮ ਕਰਨ, ਜਿਸ ਤੋਂ ਇਹ ਸਿੱਧ ਹੋਵੇ ਕਿ ਪਰਮੇਸ਼ਵਰ ਨੇ ਉਹਨਾਂ ਨੂੰ ਘੱਲਿਆ ਹੈ। ਯਿਸੂ ਨੇ ਉਹਨਾਂ ਦੇ ਦਿਲਾਂ ਦੇ ਵਿਚਾਰ ਜਾਣ ਕੇ ਉਹਨਾਂ ਨੂੰ ਕਿਹਾ, ਜਿਸ ਰਾਜ ਵਿੱਚ ਫੁੱਟ ਪੈ ਜਾਵੇ ਉਹ ਬਰਬਾਦ ਹੋ ਜਾਂਦਾ ਹੈ। ਇਸੇ ਤਰ੍ਹਾਂ ਜਿਸ ਘਰ ਵਿੱਚ ਫੁੱਟ ਪੈ ਜਾਵੇ ਉਹ ਵੀ ਖਤਮ ਹੋ ਜਾਂਦਾ ਹੈ। ਇਸ ਲਈ ਜੇਕਰ ਸ਼ੈਤਾਨ ਆਪੇ ਆਪਣਾ ਵਿਰੋਧੀ ਬਣ ਜਾਵੇ ਤਾਂ ਉਸ ਦਾ ਰਾਜ ਕਿਸ ਤਰ੍ਹਾਂ ਕਾਇਮ ਰਹੇਗਾ? ਤੁਸੀਂ ਕਹਿੰਦੇ ਹੋ ਮੈਂ ਬੇਲਜ਼ਬੂਲ ਦੀ ਮਦਦ ਨਾਲ ਅਸ਼ੁੱਧ ਆਤਮਾਵਾਂ ਨੂੰ ਕੱਢਦਾ ਹਾਂ। ਜੇਕਰ ਇਹ ਸੱਚ ਹੈ ਤਾਂ ਤੁਹਾਡੇ ਪੁੱਤਰ ਕਿਸ ਦੀ ਸਹਾਇਤਾ ਨਾਲ ਅਸ਼ੁੱਧ ਆਤਮਾਵਾਂ ਨੂੰ ਕੱਢਦੇ ਹਨ? ਉਹੀ ਇਹ ਸਿੱਧ ਕਰਦੇ ਹਨ ਕਿ ਤੁਸੀਂ ਗਲਤ ਹੋ। ਪਰ ਜੇਕਰ ਮੈਂ ਪਰਮੇਸ਼ਵਰ ਦੀ ਸ਼ਕਤੀ ਨਾਲ ਅਸ਼ੁੱਧ ਆਤਮਾਵਾਂ ਨੂੰ ਕੱਢਦਾ ਹਾਂ ਤਾਂ ਪਰਮੇਸ਼ਵਰ ਦਾ ਰਾਜ ਤੁਹਾਡੇ ਕੋਲ ਆ ਗਿਆ ਹੈ। ਜਦੋਂ ਇੱਕ ਤਕੜਾ ਆਦਮੀ ਹਥਿਆਰਬੰਦ ਹੋ ਕੇ ਆਪਣੇ ਘਰ ਦੀ ਰਖਵਾਲੀ ਕਰਦਾ ਹੈ ਤਾਂ ਉਸ ਦਾ ਮਾਲ ਸੁਰੱਖਿਅਤ ਰਹਿੰਦਾ ਹੈ। ਪਰ ਜੇਕਰ ਉਸ ਤੋਂ ਵੀ ਤਕੜਾ ਆਦਮੀ ਉਸ ਉੱਤੇ ਹਮਲਾ ਕਰਕੇ ਉਸ ਨੂੰ ਹਰਾ ਦਿੰਦਾ ਹੈ ਅਤੇ ਉਸ ਦੇ ਉਹ ਸਭ ਹਥਿਆਰ ਖੋਹ ਲੈਂਦਾ ਹੈ ਜਿਨ੍ਹਾਂ ਉੱਤੇ ਉਸ ਨੂੰ ਭਰੋਸਾ ਸੀ, ਇਸ ਤਰ੍ਹਾਂ ਉਹ ਬਹੁਤ ਤਕੜਾ ਆਦਮੀ ਉਸ ਦਾ ਮਾਲ ਲੁੱਟ ਲੈਂਦਾ ਹੈ ਅਤੇ ਆਪਣੇ ਸਾਥੀਆਂ ਨੂੰ ਵੰਡ ਦਿੰਦਾ ਹੈ।
ਜੋ ਆਦਮੀ ਮੇਰੇ ਨਾਲ ਨਹੀਂ ਹੈ ਉਹ ਮੇਰਾ ਵਿਰੋਧੀ ਹੈ। ਜੇ ਆਦਮੀ ਮੇਰੇ ਨਾਲ ਇਕੱਠਾ ਕਰਨ ਵਿੱਚ ਮੇਰੀ ਮਦਦ ਨਹੀਂ ਕਰਦਾ ਉਹ ਖਿਲਾਰਦਾ ਹੈ। ਜਦੋਂ ਅਸ਼ੁੱਧ ਆਤਮਾ ਆਦਮੀ ਵਿੱਚੋਂ ਨਿਕਲ ਜਾਂਦੀ ਹੈ ਤਾਂ ਉਹ ਸੁੰਨਸਾਨ ਥਾਵਾਂ ਵਿੱਚ ਆਰਾਮ ਦੇ ਲਈ ਥਾਂ ਲੱਭਦੀ ਹੈ। ਜੇਕਰ ਉਸ ਨੂੰ ਆਰਾਮ ਵਾਲੀ ਥਾਂ ਨਹੀਂ ਮਿਲਦੀ ਤਾਂ ਉਹ ਫਿਰ ਕਹਿੰਦੀ ਹੈ, ਜਿਸ ਘਰ ਵਿੱਚੋਂ ਮੈਂ ਨਿਕਲੀ ਸਾਂ ਮੈਂ ਉਸ ਵਿੱਚ ਹੀ ਮੁੜ ਜਾਵਾਂਗੀ। ਉਹ ਫਿਰ ਉਸ ਘਰ ਵਿੱਚ ਆਉਂਦੀ ਹੈ। ਉਹ ਉਸ ਘਰ ਨੂੰ ਝਾੜਿਆ ਅਤੇ ਸਜਿਆ ਹੋਇਆ ਦੇਖਦੀ ਹੈ ਤਾਂ ਉਹ ਜਾ ਕੇ ਆਪਣੇ ਨਾਲੋਂ ਵੀ ਬੁਰੀਆਂ 7 ਹੋਰ ਆਤਮਾਵਾਂ ਨੂੰ ਲੈ ਕੇ ਆਉਂਦੀ ਹੈ। ਫਿਰ ਉਹ ਆਦਮੀ ਵਿੱਚ ਰਹਿਣ ਲੱਗ ਪੈਂਦੀਆਂ ਹਨ। ਇਸ ਕਾਰਨ ਉਸ ਆਦਮੀ ਦੀ ਇਹ ਪਿਛਲੀ ਹਾਲਤ ਪਹਿਲੇ ਨਾਲੋਂ ਵੀ ਬੁਰੀ ਹੋ ਜਾਂਦੀ ਹੈ। ਇਹ ਸਾਡੇ ਪ੍ਰਭੂ ਯਿਸੂ ਮਸੀਹ ਦੀ ਸੱਚੀ ਅਤੇ ਪਵਿੱਤਰ ਅੰਜੀਲ ਹੈ। ਤੇਰੀ ਮਹਿਮਾ ਹੋਵੇ ਮਸੀਹਾ। ਤੁਸੀਂ ਜਿਹੜੇ ਥੱਕੇ ਅਤੇ ਭਾਰ ਦੇ ਹੇਠਾਂ ਦੱਬੇ ਹੋਏ ਹੋ, ਮੇਰੇ ਕੋਲ ਆਵੋ, ਮੈਂ ਤੁਹਾਨੂੰ ਆਰਾਮ ਦੇਵਾਂਗਾ। ਮਸੀਹ ਵਿੱਚ ਮੇਰੇ ਪਿਆਰੇ ਭਰਾਵੋ ਤੇ ਭੈਣੋ, ਸਾਡੇ ਪ੍ਰਭੂ ਯਿਸੂ ਚੰਗਿਆਈ ਦਾਤਾ ਹਨ। ਸਾਡਾ ਪ੍ਰਭੂ ਯਿਸੂ ਹਰ ਇੱਕ ਬਿਮਾਰੀ ਨੂੰ ਠੀਕ ਕਰ ਸਕਦਾ ਹੈ। ਹਰ ਇੱਕ ਅਸ਼ੁੱਧ ਆਤਮਾ ਨੂੰ ਪ੍ਰਭੂ ਯਿਸੂ ਕੱਢ ਸਕਦਾ ਹੈ। ਪਵਿੱਤਰ ਬਾਈਬਲ ਦੇ ਵਿੱਚ ਅਸੀਂ ਦੇਖਦੇ ਹਾਂ ਪ੍ਰਭੂ ਯਿਸੂ ਬਹੁਤ ਸਾਰੇ ਲੋਕਾਂ ਨੂੰ ਠੀਕ ਕਰਦੇ ਹਨ ਜੋ ਕਿ ਬਿਮਾਰ ਸਨ, ਅਲੱਗ-ਅਲੱਗ ਪਰੇਸ਼ਾਨੀਆਂ ਦਾ, ਬਿਮਾਰੀਆਂ ਦਾ ਸਾਹਮਣਾ ਕਰ ਰਹੇ ਸਨ। ਅੱਜ ਦੀ ਪਵਿੱਤਰ ਅੰਜੀਲ ਦੇ ਵਿੱਚ ਅਸੀਂ ਇੱਕ ਆਦਮੀ ਦੇ ਬਾਰੇ ਸੁਣਿਆ ਹੈ। ਉਸ ਆਦਮੀ ਦੇ ਵਿੱਚ ਅਸ਼ੁੱਧ ਆਤਮਾ ਸੀ। ਵਚਨ ਕਹਿੰਦਾ ਹੈ ਅਸ਼ੁੱਧ ਆਤਮਾ ਹੋਣ ਦੇ ਕਾਰਨ ਉਹ ਆਦਮੀ ਬੋਲ ਨਹੀਂ ਸਕਦਾ ਸੀ। ਪਰ ਜਦੋਂ ਪ੍ਰਭੂ ਯਿਸੂ ਉਸ ਆਦਮੀ ਦੇ ਵਿੱਚੋਂ ਅਸ਼ੁੱਧ ਆਤਮਾ ਕੱਢ ਦਿੰਦੇ ਹਨ ਤਾਂ ਪਿਆਰੇ ਭਰਾਓ ਤੇ ਭੈਣੋ, ਉਹ ਆਦਮੀ ਬੋਲਣ ਲੱਗ ਜਾਂਦਾ ਹੈ। ਪਵਿੱਤਰ ਬਾਈਬਲ ਦੇ ਵਿੱਚ ਇਸ ਘਟਨਾ ਤੋਂ ਇਲਾਵਾ ਅਸੀਂ ਦੇਖ ਸਕਦੇ ਹਾਂ ਪਿਆਰੇ ਭਰਾਓ ਤੇ ਭੈਣੋ, ਪ੍ਰਭੂ ਯਿਸੂ ਨੇ ਬਹੁਤ ਸਾਰੇ ਜੋ ਇਨਸਾਨ ਸਨ ਜਿਨ੍ਹਾਂ ਨੂੰ ਅਸ਼ੁੱਧ ਆਤਮਾਵਾਂ ਨੇ ਫੜਿਆ ਹੋਇਆ ਸੀ, ਉਹਨਾਂ ਨੂੰ ਪ੍ਰਭੂ ਚੰਗਾ ਕਰਦਾ ਹੈ। ਉਹਨਾਂ ਨੂੰ ਪ੍ਰਭੂ ਯਿਸੂ ਛੁਟਕਾਰਾ ਦਿੰਦਾ ਹੈ। ਸੰਤ ਲੂਕਾ ਦੀ ਅੰਜੀਲ ਉਸ ਦਾ 1 ਬਾਬ ਆਇਤ 37 ਦੇ ਵਿੱਚ ਵਚਨ ਕਹਿੰਦਾ ਹੈ, ਪਰਮੇਸ਼ਵਰ ਦੇ ਲਈ ਕੁਝ ਵੀ ਅਸੰਭਵ ਨਹੀਂ। ਹਾਂ ਪਿਆਰੇ ਭਰਾਵੋ ਤੇ ਭੈਣੋ, ਪ੍ਰਭੂ ਯਿਸੂ ਦੇ ਲਈ ਕੁਝ ਵੀ ਅਸੰਭਵ ਨਹੀਂ। ਪ੍ਰਭੂ ਯਿਸੂ ਸਭ ਕੁਝ ਕਰ ਸਕਦਾ ਹੈ ਕਿਉਂਕਿ ਪ੍ਰਭੂ ਯਿਸੂ ਖੁਦਾ ਦਾ ਇਕਲੌਤਾ ਬੇਟਾ ਹੈ। ਪ੍ਰਭੂ ਯਿਸੂ ਰਾਜਿਆਂ ਦਾ ਰਾਜਾ ਹੈ। ਪ੍ਰਭੂ ਯਿਸੂ ਡਾਕਟਰਾਂ ਦਾ ਡਾਕਟਰ ਹੈ। ਇਸ ਲਈ ਸੰਤ ਪਤਰਸ ਦਾ ਦੂਸਰਾ ਪੱਤਰ ਉਸ ਦਾ 3 ਬਾਬ ਆਇਤ 8 ਦੇ ਵਿੱਚ ਲਿਖਿਆ ਹੋਇਆ ਹੈ, ਪ੍ਰਭੂ ਦੇ ਲਈ ਇੱਕ ਦਿਨ 1000 ਸਾਲਾਂ ਦੇ ਬਰਾਬਰ ਹੈ ਅਤੇ 1000 ਸਾਲ ਇੱਕ ਦਿਨ ਦੇ ਬਰਾਬਰ ਹੈ। ਭਜਨ ਸੰਖਿਆ 91 ਆਇਤ 3 ਦੇ ਵਿੱਚ ਵਚਨ ਕਹਿੰਦਾ ਹੈ, ਪ੍ਰਭੂ ਤੈਨੂੰ ਹਰ ਬੁਰਾਈ ਤੋਂ ਅਤੇ ਹਰ ਭਿਅੰਕਰ ਬਿਮਾਰੀ ਤੋਂ ਬਚਾਏਗਾ। ਪਿਆਰੇ ਭਰਾਓ ਤੇ ਭੈਣੋ, ਜਦੋਂ ਅਸੀਂ ਸੰਤ ਯੋਹੰਨਾ ਦੀ ਅੰਜੀਲ ਉਸ ਦਾ 5 ਬਾਬ ਪੜ੍ਹ ਕੇ ਦੇਖਦੇ ਹਾਂ ਤਾਂ ਅਸੀਂ ਇੱਕ ਵਿਅਕਤੀ ਦੇ ਬਾਰੇ ਅਸੀਂ ਪੜ੍ਹ ਕੇ ਦੇਖ ਸਕਦੇ ਹਾਂ ਕਿ ਇੱਕ ਵਿਅਕਤੀ 38 ਸਾਲ ਤੋਂ ਬਿਮਾਰ ਸੀ ਅਤੇ ਉਸ ਨੂੰ ਪ੍ਰਭੂ ਚੰਗਾ ਕਰਦਾ ਹੈ। ਵਚਨ ਦੇ ਵਿੱਚ ਲਿਖਿਆ ਹੋਇਆ ਹੈ, ਯਹੂਦੀ ਲੋਕਾਂ ਦਾ ਜੋ ਧਾਰਮਿਕ ਤਿਉਹਾਰ ਨੇੜੇ ਸੀ ਅਤੇ ਪ੍ਰਭੂ ਯਿਸੂ ਵੀ ਉਸ ਸਮੇਂ ਜਰੂਸਲਮ ਦੇ ਵਿੱਚ ਗਏ ਹੋਏ ਸਨ ਅਤੇ ਜਰੂਸਲਮ ਦੇ ਵਿੱਚ ਮੇਰੇ ਪਿਆਰੇ ਭਰਾਓ ਤੇ ਭੈਣੋ, ਜੋ ਸੁੰਦਰ ਨਾਮ ਦਾ ਜੋ ਦਰਵਾਜ਼ਾ ਸੀ, ਉੱਥੇ ਇੱਕ ਤਲਾਅ ਸੀ ਅਤੇ ਉਸ ਤਲਾਅ ਨੂੰ ਪਿਆਰੇ ਭਰਾਓ ਤੇ ਭੈਣੋ ਇਬਰਾਨੀ ਦੇ ਵਿੱਚ ਬੈਤਸਾਇਦਾ ਕਹਿੰਦੇ ਹਨ। ਅਤੇ ਇਹ ਜੋ ਤਲਾਬ ਸੀ, ਉਸ ਤਲਾਅ ਦੇ ਵਿੱਚ 4 ਡਿਊਡੀਆਂ ਸਨ ਅਤੇ ਜਿਸ ਦੇ ਵਿੱਚ ਪਿਆਰੇ ਭਰਾਓ ਤੇ ਭੈਣੋ
ਕਈ ਸਾਰੇ ਬਿਮਾਰ ਪਏ ਹੋਏ ਸਨ, ਅੰਨੇ, ਲੰਗੜੇ, ਅਧਰੰਗੀ ਲੋਕ। ਅਤੇ ਇਹ ਜੋ ਬਿਮਾਰ ਲੋਕ ਸਨ ਪਿਆਰੇ ਭਰਾਓ ਤੇ ਭੈਣੋ, ਉਹ ਪਾਣੀ ਦੇ ਹਿੱਲਣ ਦਾ ਇੰਤਜ਼ਾਰ ਕਰਦੇ ਸਨ, ਕਿਉਂਕਿ ਸਮੇਂ-ਸਮੇਂ ਤੇ ਪਿਆਰੇ ਭਰਾਓ ਤੇ ਭੈਣੋ, ਪ੍ਰਭੂ ਯੀਸ਼ੂ ਦਾ ਇੱਕ ਸਵਰਗਦੂਤ ਪਾਣੀ ਨੂੰ ਹਿਲਾਉਂਦਾ ਹੁੰਦਾ ਸੀ ਅਤੇ ਜੋ ਕੋਈ ਵੀ ਬਿਮਾਰ ਉਸ ਪਾਣੀ ਦੇ ਵਿੱਚ ਉਤਰ ਜਾਂਦਾ ਸੀ, ਜਦੋਂ ਪਾਣੀ ਹਿਲਦਾ ਸੀ ਤਾਂ ਉਹ ਬਿਮਾਰ ਚੰਗਾ ਹੋ ਜਾਂਦਾ ਸੀ, ਚਾਹੇ ਉਸ ਨੂੰ ਕੋਈ ਵੀ ਬਿਮਾਰੀ ਕਿਉਂ ਨਾ ਹੁੰਦੀ ਹੋਵੇ। ਅਤੇ ਅਸੀਂ ਇੱਥੇ ਦੇਖਦੇ ਹਾਂ ਇੱਕ ਇਨਸਾਨ ਜੋ ਕਿ 38 ਸਾਲਾਂ ਤੋਂ ਬਿਮਾਰ ਸੀ, ਅਤੇ ਜਦੋਂ ਪ੍ਰਭੂ ਯੀਸ਼ੂ ਉਹਨੂੰ ਦੇਖਦੇ ਹਨ, ਪ੍ਰਭੂ ਯੀਸ਼ੂ ਉਸ ਨੂੰ ਕਹਿੰਦੇ ਹਨ ਕਿ ਤੂੰ ਚੰਗਾ ਹੋਣਾ ਚਾਹੁੰਦਾ ਹੈ। ਤਾਂ ਪਿਆਰੇ ਭਰਾਓ ਤੇ ਭੈਣੋ, ਉਹ ਪ੍ਰਭੂ ਯੀਸ਼ੂ ਨੂੰ ਕਹਿੰਦਾ ਹੈ, ਸ਼੍ਰੀਮਾਨ ਜੀ, ਜਦੋਂ ਵੀ ਮੈਂ ਪਾਣੀ ਦੇ ਵਿੱਚ ਉਤਰਨ ਦੀ ਕੋਸ਼ਿਸ਼ ਕਰਦਾ ਹਾਂ ਤਾਂ ਮੇਰੇ ਤੋਂ ਪਹਿਲਾਂ ਕੋਈ ਹੋਰ ਹੀ ਪਾਣੀ ਦੇ ਵਿੱਚ ਉਤਰ ਜਾਂਦਾ ਹੈ। ਅਤੇ ਪ੍ਰਭੂ ਯੀਸ਼ੂ ਉਸ ਨੂੰ ਕਹਿੰਦੇ ਹਨ, ਤੂੰ ਆਪਣਾ ਬਿਸਤਰਾ ਚੁੱਕ ਅਤੇ ਉੱਠ। ਉਸੇ ਸਮੇਂ ਪਿਆਰੇ ਭਰਾਓ ਤੇ ਭੈਣੋ, ਵਚਨ ਕਹਿੰਦਾ ਹੈ, ਉਹ ਆਦਮੀ ਜੋ ਕਿ 38 ਸਾਲਾਂ ਤੋਂ ਬਿਮਾਰ ਸੀ, ਉਹ ਚੰਗਾ ਹੋ ਜਾਂਦਾ ਹੈ। ਉਸੇ ਤਰ੍ਹਾਂ ਜਦੋਂ ਅਸੀਂ ਸੰਤ ਮਰਕੁਸ ਦੀ ਅੰਜੀਲ ਉਸ ਦਾ 5 ਬਾਬ ਆਇਤ 21 ਤੋਂ ਲੈ ਕੇ 43 ਤੱਕ ਪੜ੍ਹ ਕੇ ਦੇਖਦੇ ਹਾਂ, ਇੱਥੇ ਵੀ ਸਾਡੇ ਸਾਹਮਣੇ ਪ੍ਰਭੂ ਯੀਸ਼ੂ 2 ਇਨਸਾਨਾਂ ਨੂੰ ਚੰਗੇ ਕਰਦੇ ਦਿਖਦੇ ਹਨ। ਜੈਰੂਸ ਨਾਂ ਦਾ ਪ੍ਰਾਰਥਨਾ ਘਰ ਦਾ ਅਧਿਕਾਰੀ ਪ੍ਰਭੂ ਯੀਸ਼ੂ ਦੇ ਕੋਲ ਆਉਂਦਾ ਹੈ ਅਤੇ ਕਹਿੰਦਾ ਹੈ, ਮੇਰੀ ਜੋ ਬੇਟੀ ਹੈ ਆਖਰੀ ਦਮਾਂ ਤੇ ਹੈ, ਇਸ ਲਈ ਪ੍ਰਭੂ ਤੁਸੀਂ ਆਓ ਅਤੇ ਉਸ ਦੇ ਉੱਤੇ ਆਪਣਾ ਹੱਥ ਰੱਖ ਦੇਵੋ ਤਾਂ ਜੋ ਉਹ ਚੰਗੀ ਹੋ ਜਾਵੇ। ਵਚਨ ਕਹਿੰਦਾ ਹੈ, ਜਦੋਂ ਪ੍ਰਭੂ ਯੀਸ਼ੂ ਜੈਰੂਸ ਨਾਂ ਦਾ ਸਰਦਾਰ ਦੇ ਨਾਲ ਜਾ ਰਹੇ ਸਨ, ਬਹੁਤ ਵੱਡੀ ਭੀੜ ਪ੍ਰਭੂ ਯੀਸ਼ੂ ਦੇ ਪਿੱਛੇ ਹੋ ਜਾਂਦੀ ਹੈ ਅਤੇ ਉਸੇ ਭੀੜ ਦੇ ਵਿੱਚ ਪਿਆਰੇ ਭਰਾਓ ਤੇ ਭੈਣੋ, ਇੱਕ ਔਰਤ ਵੀ ਸੀ ਜੋ ਕਿ 12 ਸਾਲ ਤੋਂ ਬਿਮਾਰ ਸੀ। 12 ਸਾਲ ਤੋਂ ਉਹਨੂੰ ਰਤ ਵਾਹਣ ਦੀ ਬਿਮਾਰੀ ਸੀ ਅਤੇ ਇਸ ਔਰਤ ਨੇ ਆਪਣੇ ਮਨ ਦੇ ਵਿੱਚ ਇਹ ਸੋਚਿਆ, ਜੇਕਰ ਮੈਂ ਪ੍ਰਭੂ ਦਾ ਪੱਲਾ ਛੂਵਾਂਗੀ, ਕਿਸੇ ਵੀ ਕੱਪੜੇ ਨੂੰ ਛੂਵਾਂਗੀ ਤਾਂ ਮੈਂ ਚੰਗੀ ਹੋ ਜਾਵਾਂਗੀ। ਇਸ ਤਰ੍ਹਾਂ ਉਸ ਔਰਤ ਨੇ ਪ੍ਰਭੂ ਯੀਸ਼ੂ ਦੇ ਉੱਤੇ ਵਿਸ਼ਵਾਸ ਰੱਖਦੇ ਹੋਏ ਪ੍ਰਭੂ ਦਾ ਚੋਗਾ ਛੂਹਿਆ ਅਤੇ ਉਹ ਚੰਗੀ ਹੋ ਗਈ। ਜਦੋਂ ਉਸਨੇ ਪ੍ਰਭੂ ਨੂੰ ਮਹਿਸੂਸ ਕੀਤਾ, ਚੰਗੀ ਹੋ ਗਈ, ਪ੍ਰਭੂ ਯੀਸ਼ੂ ਨੂੰ ਇਹ ਅਹਿਸਾਸ ਹੋਇਆ ਕਿਸੇ ਨੇ ਮੈਨੂੰ ਸਪਰਸ਼ ਕੀਤਾ ਹੈ ਅਤੇ ਪ੍ਰਭੂ ਯੀਸ਼ੂ ਭੀੜ ਦੇ ਵੱਲ ਦੇਖਦੇ ਹਨ, ਕਿਸ ਨੇ ਮੈਨੂੰ ਸਪਰਸ਼ ਕੀਤਾ ਹੈ। ਪਿਆਰੇ ਭਰਾਓ ਤੇ ਭੈਣੋ, ਪ੍ਰਭੂ ਯੀਸ਼ੂ ਦੇ ਚੇਲੇ ਕਹਿੰਦੇ ਹਨ, ਭੀੜ ਤਾਂ ਤੁਹਾਡੇ ਤੇ ਡਿੱਗਦੀ ਜਾ ਰਹੀ ਹੈ ਅਤੇ ਤੁਸੀਂ ਕਹਿੰਦੇ ਹੋ ਕਿਸ ਨੇ ਮੈਨੂੰ ਛੂਹਿਆ ਹੈ। ਨਹੀਂ, ਪ੍ਰਭੂ ਕਹਿੰਦਾ ਹੈ, ਕਿਸ ਨੇ ਮੈਨੂੰ ਛੂਹਿਆ ਹੈ, ਕਿਉਂਕਿ ਮੇਰੇ ਵਿੱਚੋਂ ਸ਼ਕਤੀ ਨਿਕਲੀ ਹੈ। ਅਤੇ ਪਿਆਰੇ ਭਰਾਓ ਤੇ ਭੈਣੋ, ਜਦੋਂ ਉਹ ਔਰਤ ਠੀਕ ਹੋ ਜਾਂਦੀ ਹੈ, ਉਹ ਡਰਦੀ ਹੋਈ, ਕੰਬਦੀ ਹੋਈ ਪ੍ਰਭੂ ਦੇ ਚਰਨਾਂ ਦੇ ਵਿੱਚ ਆਉਂਦੀ ਹੈ, ਡਿੱਗ ਜਾਂਦੀ ਹੈ ਅਤੇ ਕਹਿੰਦੀ ਹੈ, ਮੈਂ ਤੁਹਾਨੂੰ ਸਪਰਸ਼ ਕੀਤਾ ਹੈ। ਅਤੇ ਪ੍ਰਭੂ ਯੀਸ਼ੂ ਉਸ ਔਰਤ ਨੂੰ ਕਹਿੰਦਾ ਹੈ, ਧੀਏ ਤੂੰ ਨਾ ਡਰ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ ਅਤੇ ਇਸ ਰੋਗ ਤੋਂ ਤੂੰ ਬਚੀ ਰਹਿ। ਹਜੇ ਪ੍ਰਭੂ ਯੀਸ਼ੂ ਇਸ ਔਰਤ ਦੇ ਨਾਲ ਗੱਲ ਹੀ ਕਰ ਰਹੇ ਸਨ। ਵਚਨ ਕਹਿੰਦਾ ਹੈ ਕਿ ਜੈਰੂਸ ਦੇ ਘਰ ਦੇ ਵਿੱਚੋਂ ਕੁਝ ਲੋਕੀ ਆਉਂਦੇ ਹਨ ਅਤੇ ਕਹਿੰਦੇ ਹਨ ਕਿ ਤੁਸੀਂ ਗੁਰੂ ਜੀ ਨੂੰ ਕਿਉਂ ਪਰੇਸ਼ਾਨ ਕਰ ਰਹੇ ਹੋ, ਹੋਰ ਖੇਚਲ ਦੇਣ ਦੀ ਲੋੜ ਨਹੀਂ ਹੈ ਕਿਉਂਕਿ ਕੁੜੀ ਮਰ ਗਈ ਹੈ। ਅਤੇ ਪ੍ਰਭੂ ਯੀਸ਼ੂ ਉਹਨਾਂ ਦੇ ਵੱਲ ਕੋਈ ਧਿਆਨ ਨਹੀਂ ਦਿੰਦੇ ਅਤੇ ਜੈਰੂਸ ਨੂੰ ਕਹਿੰਦੇ ਹਨ, ਤੂੰ ਸਿਰਫ ਵਿਸ਼ਵਾਸ ਕਰ। ਇਸ ਪ੍ਰਕਾਰ ਪ੍ਰਭੂ ਯੀਸ਼ੂ ਆਪਣੇ 3 ਚੇਲਿਆਂ ਦੇ ਨਾਲ ਉਸ ਜੈਰੂਸ ਨਾਂ ਦੇ ਸਰਦਾਰ ਦੇ ਘਰ ਦੇ ਵਿੱਚ ਚਲੇ ਜਾਂਦੇ ਹਨ ਅਤੇ ਜਦੋਂ ਉੱਥੇ ਜਾਂਦੇ ਹਨ, ਉੱਥੇ ਪੂਰਾ ਜੋ ਲੋਕ ਸਨ ਰੋ ਰਹੇ ਸਨ ਤੇ ਪ੍ਰਭੂ ਯੀਸ਼ੂ ਉਹਨਾਂ ਨੂੰ ਕਹਿੰਦੇ ਹਨ, ਉਹ ਲੜਕੀ ਮਰੀ ਨਹੀਂ ਹੈ ਬਲਕਿ ਸੋ ਰਹੀ ਹੈ। ਪਿਆਰੇ ਭਰਾਓ ਤੇ ਭੈਣੋ, ਉਹ ਪ੍ਰਭੂ ਯੀਸ਼ੂ ਨੂੰ ਠੱਠਾ ਕਰਦੇ ਹਨ। ਵਚਨ ਕਹਿੰਦਾ ਹੈ, ਪ੍ਰਭੂ ਯੀਸ਼ੂ ਉਹਨਾਂ ਸਾਰਿਆਂ ਨੂੰ ਬਾਹਰ ਕਰ ਦਿੰਦੇ ਹਨ ਕਮਰੇ ਦੇ ਵਿੱਚੋਂ ਅਤੇ ਉਸ ਕਮਰੇ ਦੇ ਵਿੱਚ ਜਿੱਥੇ ਉਹ ਲੜਕੀ ਪਈ ਹੋਈ ਸੀ, ਆਪਣੇ 3 ਚੇਲਿਆਂ ਦੇ ਨਾਲ ਅਤੇ ਉਸ ਲੜਕੀ ਦੇ ਮਾਂ-ਬਾਪ ਦੇ ਨਾਲ ਉੱਥੇ ਜਾਂਦੇ ਹਨ ਅਤੇ ਜਾ ਕੇ ਲੜਕੀ ਦਾ ਹੱਥ ਫੜਦੇ ਹਨ ਅਤੇ ਕਹਿੰਦੇ ਹਨ, ਤਲੀਥਾ ਕੂਮ, ਜਿਸ ਦਾ ਮਤਲਬ ਹੈ ਛੋਟੀ ਲੜਕੀ ਉੱਠ ਖੜੀ ਹੋ। ਅਤੇ ਉਸੇ ਸਮੇਂ ਉਹ ਲੜਕੀ ਚੰਗੀ ਹੋ ਜਾਂਦੀ ਹੈ ਅਤੇ ਪ੍ਰਭੂ ਯੀਸ਼ੂ ਉਹਨਾਂ ਦੇ ਮਾਂ-ਬਾਪ ਨੂੰ ਕਹਿੰਦੇ ਹਨ, ਇਹਨੂੰ ਕੁਝ ਖਾਣ ਦੇ ਲਈ ਦੇਵੋ।
ਉਸੇ ਪ੍ਰਕਾਰ ਮੇਰੇ ਪਿਆਰੇ ਭਰਾਓ ਤੇ ਭੈਣੋ, ਅਸੀਂ ਦੇਖਦੇ ਹਾਂ ਕਿ ਸਾਡਾ ਪ੍ਰਭੂ ਚੰਗਿਆਈ ਦਾਤਾ ਹੈ, ਸਾਡਾ ਪ੍ਰਭੂ ਚੰਗਾ ਕਰਨ ਵਾਲਾ ਪ੍ਰਭੂ ਹੈ। ਜਰਮੀਆ ਨਬੀ ਉਸਦਾ 17 ਬਾਬ ਆਇਤ 14 ਦੇ ਵਿੱਚ ਲਿਖਿਆ ਹੋਇਆ ਹੈ, ਪ੍ਰਭੂ ਤੂੰ ਮੈਨੂੰ ਚੰਗਾ ਕਰ ਤਾਂ ਮੈਂ ਪੂਰੀ ਤਰ੍ਹਾਂ ਨਾਲ ਨਰੋਇਆ ਹੋ ਜਾਵਾਂਗਾ, ਤੂੰ ਮੈਨੂੰ ਬਚਾ ਤਾਂ ਮੈਂ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੋ ਜਾਵਾਂਗਾ, ਮੈਂ ਕੇਵਲ ਤੇਰੀ ਹੀ ਮਹਿਮਾ ਕਰਦਾ ਹਾਂ। ਪੁਰਾਣੇ ਵਿਧਾਨ ਦੇ ਵਿੱਚ ਵੀ ਅਸੀਂ ਇੱਕ ਰਾਜਾ ਦੇ ਬਾਰੇ ਪੜ੍ਹਦੇ ਹਾਂ, ਰਾਜਿਆਂ ਦਾ ਦੂਸਰਾ ਗ੍ਰੰਥ ਉਸਦਾ 20 ਬਾਬ ਆਇਤ 1 ਤੋਂ ਲੈ ਕੇ ਜਦੋਂ ਅਸੀਂ ਪੜ੍ਹ ਕੇ ਦੇਖਦੇ ਹਾਂ, ਇੱਥੇ ਵੀ ਅਸੀਂ ਇੱਕ ਰਾਜਾ ਦੇ ਬਾਰੇ ਪੜ੍ਹਦੇ ਹਾਂ, ਰਾਜਾ ਹਿਜਕੀਆ। ਇੱਕ ਵਾਰ ਇਸ ਤਰ੍ਹਾਂ ਹੁੰਦਾ ਹੈ, ਇਹ ਰਾਜਾ ਬਹੁਤ ਬਿਮਾਰ ਹੋ ਜਾਂਦਾ ਹੈ, ਇੰਨਾ ਬਿਮਾਰ ਹੋ ਜਾਂਦਾ ਹੈ ਕਿ ਉਹ ਮਰਨ ਦੇ ਕਿਨਾਰੇ ਪਹੁੰਚ ਜਾਂਦਾ ਹੈ, ਮਰਨ ਵਾਲਾ ਹੋ ਜਾਂਦਾ ਹੈ। ਅਤੇ ਉਦੋਂ ਵਚਨ ਕਹਿੰਦਾ ਹੈ, ਆਮੋਸ ਦਾ ਪੁੱਤਰ ਯਸ਼ਾ ਨਬੀ ਉਸ ਰਾਜਾ ਦੇ ਕੋਲ ਆਉਂਦਾ ਹੈ ਅਤੇ ਕਹਿੰਦਾ ਹੈ, ਤੂੰ ਆਪਣੇ ਸਾਰੇ ਪ੍ਰਬੰਧ ਕਰ ਲੈ, ਆਪਣੇ ਟੱਬਰ ਦੇ ਲਈ ਪ੍ਰਬੰਧ ਕਰ ਲੈ, ਕਿਉਂਕਿ ਤੂੰ ਆਪਣੀ ਬਿਮਾਰੀ ਤੋਂ ਠੀਕ ਨਹੀਂ ਹੋਵੇਂਗਾ ਅਤੇ ਤੂੰ ਮਰ ਜਾਵੇਂਗਾ। ਜਦੋਂ ਇਸ ਤਰ੍ਹਾਂ ਸੁਣਦਾ ਹੈ ਪਿਆਰੇ ਭਰਾਓ ਤੇ ਭੈਣੋ, ਵਚਨ ਕਹਿੰਦਾ ਹੈ ਰਾਜਾ ਹਿਜਕੀਆ ਕੰਧ ਦੇ ਵੱਲ ਮੂੰਹ ਕਰਕੇ ਪ੍ਰਾਰਥਨਾ ਕਰਨ ਲੱਗ ਜਾਂਦਾ ਹੈ ਅਤੇ ਕਹਿੰਦਾ ਹੈ ਕਿ ਮੈਂ ਪੂਰੀ ਤਰ੍ਹਾਂ ਇਮਾਨਦਾਰੀ ਦੇ ਨਾਲ ਆਪਣੇ ਦਿਲੋਂ ਜੋ ਕੁਝ ਪ੍ਰਭੂ ਦੀ ਨਜ਼ਰ ਦੇ ਵਿੱਚ ਸੀ ਮੈਂ ਕੀਤਾ। ਇਹ ਕਹਿੰਦੇ ਹੋਏ ਪਿਆਰੇ ਭਰਾਓ ਤੇ ਭੈਣੋ, ਉਹ ਧਾਹਾਂ ਮਾਰ ਕੇ ਰੋਣ ਲੱਗ ਜਾਂਦਾ ਹੈ। ਅਤੇ ਜਦੋਂ ਯਸ਼ਾ ਨਬੀ ਇਹ ਵਚਨ ਕਹਿ ਕੇ ਉਹਨਾਂ ਨੂੰ ਜਾ ਰਿਹਾ ਹੁੰਦਾ ਹੈ, ਹਜੇ ਉਹਨਾਂ ਦੇ ਮਹਿਲ ਦੇ ਵਿਹੜੇ ਦੇ ਵਿੱਚ ਹੀ ਹੁੰਦਾ ਹੈ, ਇੱਕ ਵਾਰ ਫਿਰ ਤੋਂ ਪ੍ਰਭੂ ਦਾ ਵਚਨ ਯਸ਼ਾ ਨਬੀ ਨੂੰ ਆਉਂਦਾ ਹੈ ਅਤੇ ਕਹਿੰਦਾ ਹੈ, ਰਾਜਾ ਹਿਜਕੀਆ ਦੇ ਕੋਲ ਜਾ, ਉਸ ਨੂੰ ਕਹਿ ਕਿ ਮੈਂ ਉਸ ਦੀ ਪ੍ਰਾਰਥਨਾ ਨੂੰ ਸੁਣ ਲਿਆ ਹੈ, ਮੈਂ ਉਸ ਦੇ ਅੰਜੂਆਂ ਨੂੰ ਦੇਖ ਲਿਆ ਹੈ, ਇਸ ਲਈ ਮੈਂ ਉਸ ਦੇ ਜੀਵਨ ਦੇ ਵਿੱਚ ਹੋਰ 15 ਸਾਲ ਵਧਾ ਦੇਵਾਂਗਾ, 15 ਸਾਲ ਹੋਰ ਉਹ ਜੀਵੇਗਾ ਅਤੇ ਮੈਂ ਉਸ ਨੂੰ ਅਤੇ ਇਸ ਸ਼ਹਿਰ ਨੂੰ ਅਸ਼ੂਰ ਦੇ ਰਾਜਾ ਤੋਂ ਬਚਾਵਾਂਗਾ। ਇਹ ਮੈਂ ਮੇਰੇ ਲਈ ਅਤੇ ਦਾਊਦ ਦੇ ਖਾਤਰ ਕਰਾਂਗਾ। ਇਸ ਪ੍ਰਕਾਰ ਅਸੀਂ ਦੇਖਦੇ ਹਾਂ, ਇਹ ਰਾਜਾ ਜੋ ਕਿ ਪਿਆਰੇ ਭਰਾਓ ਤੇ ਭੈਣੋ ਮਰਨ ਵਾਲਾ ਸੀ, ਪਿਤਾ ਪਰਮੇਸ਼ਵਰ ਉਸ ਨੂੰ ਪੁਰਾਣੇ ਵਿਧਾਨ ਦੇ ਵਿੱਚ ਚੰਗਾ ਕਰਦਾ ਹੈ। ਇਸ ਲਈ ਅੱਜ ਜਦੋਂ ਕਿ ਅਸੀਂ ਪ੍ਰਭੂ ਯੇਸੂ ਚੰਗਿਆਈ ਦਾਤਾ ਦੇ ਉੱਤੇ ਇਹਨਾਂ ਸੁੰਦਰ ਵਚਨਾਂ ਦੇ ਉੱਤੇ ਮਨੋਚਿੰਤਨ ਕੀਤਾ ਹੈ, ਆਓ ਪਿਆਰੇ ਭਰਾਓ ਤੇ ਭੈਣੋ ਅਸੀਂ ਇਹ ਪ੍ਰਾਰਥਨਾ ਕਰੀਏ, ਪ੍ਰਭੂ ਦੇ ਕੋਲ ਅਸੀਂ ਇਹ ਵਰਦਾਨ ਮੰਗੀਏ ਕਿ ਅਸੀਂ ਆਪਣੇ ਜੀਵਨ ਦੇ ਵਿੱਚ ਹਮੇਸ਼ਾ ਉਸ ਚੰਗਿਆਈ ਦਾਤਾ ਦੇ ਉੱਤੇ ਵਿਸ਼ਵਾਸ ਰੱਖ ਸਕੀਏ ਅਤੇ ਉਹਨਾਂ ਦੇ ਵਚਨਾਂ ਦੇ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰ ਸਕੀਏ। ਆਮੀਨ। सच्चे रब दा शुक्र मनाए, धन्यवाद धन्यवाद हालेलुया हालेलुया, धन्यवाद धन्यवाद हालेलुया हालेलुया।
ਭਰਾਓ ਤੇ ਭੈਣੋ, ਪ੍ਰਾਰਥਨਾ ਕਰੋ ਕਿ ਮੇਰੀ ਅਤੇ ਤੁਹਾਡੀ ਇਹ ਕੁਰਬਾਨੀ ਪੂਰੀ ਕੁਦਰਤ ਵਾਲੇ ਖੁਦਾ ਬਾਪ ਨੂੰ ਕਬੂਲ ਹੋਵੇ। ਰੱਬ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਵਿੱਚੋਂ ਆਪਣੇ ਨਾਂ ਦੀ ਉਸਤਤ ਵਡਿਆਈ ਲਈ, ਨਾਲੇ ਸਾਡੇ ਤੇ ਸਾਰੇ ਪਵਿੱਤਰ ਕਲੀਸਿਆ ਦੇ ਲਾਭ ਲਈ ਪ੍ਰਵਾਨ ਕਰੇ। ਐ ਪ੍ਰਭੂ, ਇਸ ਕੁਰਬਾਨੀ ਨੂੰ ਪ੍ਰਵਾਨ ਕਰ ਜਿਸ ਨੂੰ ਚੜਾਉਣ ਲਈ ਤੂੰ ਆਪ ਸਾਨੂੰ ਹੁਕਮ ਦਿੱਤਾ ਹੈ। ਜਿਵੇਂ ਕਿ ਅਸੀਂ ਆਪਣੀ ਪ੍ਰੋਹਿਤਾਈ ਸੇਵਾ ਨੂੰ ਨਿਭਾਉਂਦੇ ਹਾਂ, ਤੂੰ ਸਾਡੇ ਵਿੱਚ ਆਪਣੇ ਮੁਕਤੀਕਾਰੀ ਕੰਮ ਨੂੰ ਮੁਕੰਮਲ ਬਣਾ, ਸਾਡੇ ਪ੍ਰਭੂ ਮਸੀਹ ਦੇ ਰਾਹੇ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੇ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਐ ਪ੍ਰਭੂ ਪਵਿੱਤਰ ਬਾਪ, ਪੂਰੀ ਕੁਦਰਤ ਵਾਲੇ ਅਤੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ, ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਅਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਆਪਣੇ ਪਿਆਰੇ ਬੇਟੇ ਦੇ ਰਾਹੀਂ ਤੂੰ ਸਾਡੇ ਮਨੁੱਖੀ ਪਰਿਵਾਰ ਨੂੰ ਸਿਰਜਿਆ ਅਤੇ ਉਸ ਦੇ ਰਾਹੀਂ ਤੂੰ ਸਾਨੂੰ ਆਪਣੇ ਸਰੂਪ ਤੇ ਮੁੜ ਬਹਾਲ ਕੀਤਾ। ਇਸ ਲਈ ਇਹ ਤੇਰਾ ਹੱਕ ਹੈ ਕਿ ਸਾਰੀ ਸ੍ਰਿਸ਼ਟੀ ਤੇਰੀ ਆਗਿਆ ਦਾ ਪਾਲਣ ਕਰੇ ਅਤੇ ਸਾਰੀ ਕਲੀਸਿਆ ਧਰਤੀ ਉੱਤੇ ਤੇਰੀ ਉਸਤਤ ਕਰੇ ਅਤੇ ਸਵਰਗ ਵਿੱਚ ਸਾਰੇ ਸੰਤ ਤੇਰਾ ਧੰਨਵਾਦ ਕਰਨ। ਇਸ ਲਈ ਅਸੀਂ ਆਪਣੀ ਖੁਸ਼ੀ ਵਿੱਚ ਫਰਿਸ਼ਤਿਆਂ ਦੇ ਸੰਗੀਤੀ ਜਥਿਆਂ ਨਾਲ ਮਿਲ ਕੇ ਤੇਰੀ ਮਹਿਮਾ ਦੇ ਗੀਤ ਗਾਉਂਦੇ ਹੋਏ ਇਹ ਐਲਾਨ ਕਰਦੇ ਹਾਂ। खुदावन सदा, पाक 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 खुदावन सदा, खुदावन सदा लश्करां दा खुदा, खुदावन सदा लश्करां दा खुदा। ਜ਼ਮੀਨ ਅਸਮਾਨ ਤੇਰੀ ਵਡਿਆਈਆਂ, ਨਾਲੇ ਭਰੇ ਹਨ ਉੱਚਿਆਂ ਵਿੱਚ ਹੋਸਨਾ। ਜ਼ਮੀਨ ਅਸਮਾਨ ਤੇਰੀ ਵਡਿਆਈਆਂ, ਨਾਲੇ ਭਰੇ ਹਨ ਉੱਚਿਆਂ ਵਿੱਚ ਹੋਸਨਾ। होसना 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 होसना, पाक 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 खुदावन सदा, खुदावन सदा लश्करां दा खुदा। ਉਹ ਧੰਨ ਖੁਦਾਵੰਦ ਦੇ ਨਾਮ ਦੇ ਉੱਤੇ ਜੋ ਆਉਂਦਾ ਹੈ ਉੱਚਿਆਂ ਵਿੱਚੋਂ ਹੋਸਨਾ। ਉਹ ਧੰਨ ਖੁਦਾਵੰਦ ਦੇ ਨਾਮ ਦੇ ਉੱਤੇ ਜੋ ਆਉਂਦਾ ਹੈ ਉੱਚਿਆਂ ਵਿੱਚੋਂ ਹੋਸਨਾ। होसना 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 होसना, पाक 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 खुदावन सदा, खुदावन सदा लश्करां दा खुदा, खुदावन सदा लश्करां दा खुदा। ਐ ਪ੍ਰਭੂ, ਤੂੰ ਸੱਚਮੁੱਚ ਪਾਕ ਹੈ ਅਤੇ ਸਭ ਪਵਿੱਤਰਤਾ ਦਾ ਸੋਮਾ ਹੈ। ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤਰੇਲ ਪੈਂਦੀ ਹੈ, ਉਸੇ ਤਰ੍ਹਾਂ ਤੂੰ ਆਪਣੇ ਰੂਹ ਪਾਕ ਨੂੰ ਭੇਜ ਕੇ ਇਹਨਾਂ ਨਜ਼ਰਾਨੇ ਨੂੰ ਪਵਿੱਤਰ ਕਰ, ਤਾਂ ਜੋ ਇਹ ਸਾਡੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ। ਉਸ ਨੇ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਦੁੱਖ ਤਸੀਹਿਆਂ ਦੇ ਲਈ ਸੌਂਪਦੇ ਹੋਏ ਰੋਟੀ ਲਈ, ਧੰਨਵਾਦ ਕਰਦਿਆਂ ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਓ ਅਤੇ ਇਸ ਵਿੱਚੋਂ ਖਾਓ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਤੋਂ ਬਾਅਦ ਉਸਨੇ ਪਿਆਲਾ ਲਿਆ। ਇੱਕ ਵਾਰ ਫਿਰ ਧੰਨਵਾਦ ਕਰਦਿਆਂ ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਓ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ,
ਨਵੇਂ ਅਤੇ ਸਦੀਵੀ ਨੇਮ ਦਾ ਲਹੂ ਜੋ ਤੁਹਾਡੇ ਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫੀ ਲਈ ਵਹਾਇਆ ਜਾਵੇਗਾ, ਮੇਰੀ ਯਾਦ ਵਿੱਚ ਇਹ ਕਰਿਆ ਕਰੋ। ईमान दा पेद। हे प्रभु मुक्ति दाते, असीस कुर्बानी देना, तेरी मौत ते फिर जी उठण नू याद कर देना। हे प्रभु मुक्ति दाते, असीस कुर्बानी देना, तेरी दूजी वारी आने उते आस रख देना, आस रख देना। ऐ प्रभु, असी यीशु मसीह दी मौत ਅਤੇ ਉਸ ਦੇ ਜੀ ਉੱਠਣ ਦੀ ਯਾਦਗਿਰੀ ਨੂੰ ਮਨਾਉਂਦੇ ਹੋਏ ਤੈਨੂੰ ਜੀਵਨ ਦੀ ਰੋਟੀ ਅਤੇ ਮੁਕਤੀ ਦਾ ਪਿਆਲਾ ਚੜਾਉਂਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂ ਜੋ ਤੂੰ ਸਾਨੂੰ ਇਸ ਯੋਗ ਠਹਿਰਾਇਆ ਕਿ ਅਸੀਂ ਤੇਰੀ ਹਜ਼ੂਰੀ ਵਿੱਚ ਦਾਖਲ ਹੋ ਕੇ ਤੇਰੀ ਸੇਵਾ ਕਰੀਏ। ਅਸੀਂ ਹਲੀਮੀ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਹੂ ਵਿੱਚ ਹਿੱਸਾ ਲੈਣ ਦੁਆਰਾ ਅਸੀਂ ਰੂਹ ਪਾਕ ਦੇ ਰਾਹੀਂ ਏਕਤਾ ਵਿੱਚ ਬੱਝੇ ਰਹੀਏ। ਐ ਪ੍ਰਭੂ, ਸਾਰੀ ਧਰਤੀ ਉੱਤੇ ਫੈਲੀ ਹੋਈ ਆਪਣੀ ਕਲੀਸਿਆ ਨੂੰ ਯਾਦ ਕਰ ਅਤੇ ਉਸ ਨੂੰ ਸਾਡੇ ਸੰਤ ਪਾਪਾ ਫਰਾਂਸਿਸ, ਸਾਡੇ ਬਿਸ਼ਪ ਇਗਨੇਸ਼ੀਅਸ ਅਤੇ ਸਾਰੇ ਪੁਰੋਹਿਤਾਂ ਨਾਲ ਪਿਆਰ ਦੀ ਸੰਪੂਰਨਤਾ ਵਿੱਚ ਕਾਇਮ ਰੱਖ। ਸਾਡੇ ਭੈਣ ਭਰਾਵਾਂ ਨੂੰ ਵੀ ਯਾਦ ਕਰ ਜਿਹੜੇ ਜੀ ਉੱਠਣ ਦੀ ਉਮੀਦ ਨਾਲ ਸੋ ਗਏ ਹਨ ਅਤੇ ਉਹਨਾਂ ਸਾਰਿਆਂ ਨੂੰ ਵੀ ਜੋ ਤੇਰੇ ਰਹਿਮ ਵਿੱਚ ਮਰ ਗਏ ਹਨ। ਇਹਨਾਂ ਦਾ ਤੂੰ ਆਪਣੀ ਹਜ਼ੂਰੀ ਦੇ ਚਾਨਣ ਵਿੱਚ ਸਵਾਗਤ ਕਰ। ਐ ਪ੍ਰਭੂ, ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਸਾਰਿਆਂ ਉੱਤੇ ਦਇਆ ਕਰ ਤਾਂ ਜੋ ਧੰਨ ਕੁਆਰੀ ਮਰੀਅਮ ਖੁਦਾ ਦੀ ਮਾਂ ਦੇ ਨਾਲ, ਉਸੇ ਕੁਆਰੀ ਦੇ ਮੁਬਾਰਕ ਵਰ ਸੰਤ ਯੂਸਫ ਦੇ ਨਾਲ, ਧੰਨ ਰਸੂਲਾਂ ਤੇ ਸਾਰੇ ਸੰਤਾਂ ਨਾਲ ਜਿਨ੍ਹਾਂ ਨੇ ਸਾਰੇ ਯੁੱਗਾਂ ਵਿੱਚ ਤੈਨੂੰ ਖੁਸ਼ ਕੀਤਾ ਹੈ, ਅਸੀਂ ਸਦੀਵੀ ਜੀਵਨ ਦੇ ਵਾਰਸ ਹੋਣ ਦੇ ਹੱਕਦਾਰ ਬਣ ਜਾਵਾਂਗੇ ਅਤੇ ਤੇਰੇ ਬੇਟੇ ਯੀਸ਼ੂ ਮਸੀਹ ਦੇ ਰਾਹੀਂ ਤੇਰੀ ਵਡਿਆਈ ਅਤੇ ਉਸਤਤ ਕਰਾਂਗੇ। ਉਸ ਦੇ ਰਾਹੀਂ ਅਤੇ ਉਸ ਦੇ ਨਾਲ ਅਤੇ ਉਸ ਦੇ ਵਿੱਚ, ਐ ਖੁਦਾ ਪੂਰੀ ਕੁਦਰਤ ਵਾਲੇ ਬਾਪ, ਰੂਹ ਪਾਕ ਦੀ ਏਕਤਾ ਵਿੱਚ ਸਭ ਜਲਾਲ ਅਤੇ ਵਡਿਆਈ ਤੇਰੀ ਹੀ ਹੈ, ਸਦਾ ਤੋਂ ਸਦਾ ਤੀਕ। ਅਸੀਂ ਸਾਰੇ ਮਿਲ ਕੇ ਪ੍ਰਾਰਥਨਾ ਕਰੀਏ ਜਿਸ ਤਰ੍ਹਾਂ ਸਾਡੇ ਮੁਕਤੀਦਾਤਾ ਪ੍ਰਭੂ ਯੀਸ਼ੂ ਨੇ ਸਿਖਾਇਆ ਹੈ। ਆਏ ਸਾਡੇ ਬਾਪ ਜਿਹੜਾ ਅਸਮਾਨ ਉਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਤੇ ਬਣੀ ਹੁੰਦੀ ਹੈ ਤੇ ਜ਼ਮੀਨ ਉਤੇ ਵੀ ਹੋਵੇ। ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ ਕਰਦੇ ਹਾਂ। ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ, ਸਗੋਂ ਬੁਰਾਈ ਤੋਂ ਬਚਾ। ਆਮੀਨ। ਐ ਪ੍ਰਭੂ, ਅਸੀਂ ਪ੍ਰਾਰਥਨਾ ਕਰਦੇ ਹਾਂ ਸਭ ਬੁਰਾਈਆਂ ਤੋਂ ਸਾਨੂੰ ਬਚਾ, ਆਪਣੇ ਰਹਿਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ, ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਯਿਸੂ ਮਸੀਹ ਸਾਡੇ ਮੁਕਤੀਦਾਤਾ ਦੇ ਆਉਣ ਦੀ ਉਡੀਕ ਕਰਦੇ ਹਾਂ। ਕਿਉਂ ਜੋ ਰਾਜ ਕੁਦਰਤ ਤੇ ਪ੍ਰਤਾਪ ਯੁਗ ਯੁਗ ਤੇਰਾ ਹੀ ਹੈ। ਐ ਪ੍ਰਭੂ ਯਿਸੂ ਮਸੀਹਾ, ਤੂੰ ਆਪਣੇ ਰਸੂਲਾਂ ਨੂੰ ਆਖਿਆ, ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੂੰ ਸਾਡੇ ਗੁਨਾਹਾਂ ਨੂੰ ਨਹੀਂ ਸਗੋਂ ਆਪਣੀ ਕਲੀਸਿਆ ਦੇ ਈਮਾਨ ਨੂੰ ਵੇਖ ਅਤੇ ਉਸ ਨੂੰ ਆਪਣੀ ਮਰਜ਼ੀ ਮੁਤਾਬਿਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ। ਤੂੰ ਜੋ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕ। ਆਮੀਨ।
ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ। ਅਤੇ ਤੁਹਾਡੇ ਨਾਲ ਵੀ ਹੋਵੇ। ਅਸੀਂ ਆਪੋ ਵਿੱਚ ਸ਼ਾਂਤੀ ਦਾ ਸਲਾਮ ਦਈਏ। ਐ ਲੀਲੇ ਖੁਦਾ ਦੇ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈ ਜਾਂਦਾ ਹੈ, ਸਾਡੇ ਉੱਤੇ ਦਇਆ ਕਰ। ਐ ਲੀਲੇ ਖੁਦਾ ਦੇ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐ ਲੀਲੇ ਖੁਦਾ ਦੇ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਨੂੰ ਸ਼ਾਂਤੀ ਦੇ। ਦੇਖੋ ਖੁਦਾ ਦਾ ਲੇਲਾ, ਇਹਨੂੰ ਵੇਖੋ, ਚੰਗਿਆਈ ਦਾਤਾ ਜਿਹੜਾ ਸੰਸਾਰ ਦੇ ਗੁਨਾਹ ਚੁੱਕ ਲੈਂਦਾ ਹੈ। ਧੰਨ ਹਨ ਉਹ ਜਿਹੜੇ ਲੇਲੇ ਦੇ ਭੋਜ ਲਈ ਸਦੇ ਗਏ ਹਨ। ਐ ਰੱਬਾ, ਮੈਂ ਯੋਗ ਨਹੀਂ ਹਾਂ ਕਿ ਤੂੰ ਮੇਰੀ ਛੱਤ ਥੱਲੇ ਆਵੇਂ, ਪਰ ਇੱਕ ਸ਼ਬਦ ਕਹਿ ਦੇ ਅਤੇ ਮੇਰੀ ਰੂਹ ਚੰਗੀ ਹੋ ਜਾਵੇਗੀ। ਮਸੀਹ ਦਾ ਬਦਨ ਸਦੇ ਜੀਵਨ ਮੈਨੂੰ ਸੰਭਾਲ तेरा बदन में खावा यीशु, तेरे प्याले जो पीवा यीशु। मेरी जिंदगी दा मालिक है तू, ते तो वारी में जावा यीशु। तेरा बदन में खावा यीशु, तेरे प्याले जो पीवा यीशु। मेरी जिंदगी दा मालिक है तू, ते तो वारी में जावा यीशु। तेरी शक्ति भरा रूह अपनी नू ताजा करा, खुद विच तेरी शक्ति भरा। तेरा शुक्र करा मैं सदा, हर थां ते सुनावा यीशु। तेरा शुक्र करा सदा, हर थां पे सुनावा यीशु। तेरा बदन में खावा यीशु, तेरे प्याले जो पीवा यीशु। मेरी जिंदगी दा मालिक है तू, ते तो वारी में जावा यीशु। ਪ੍ਰਭੂ ਉਸ ਦੇ ਲਈ ਭਲਾ ਹੈ
ਜੋ ਉਸ ਉੱਤੇ ਭਰੋਸਾ ਰੱਖਦਾ ਹੈ ਅਤੇ ਜੋ ਆਪਣੀ ਜਾਨ ਨਾਲ ਉਸ ਦੀ ਖੋਜ ਕਰਦਾ ਹੈ। ਅਸੀਂ ਪ੍ਰਾਰਥਨਾ ਕਰੀਏ। ਐ ਖੁਦਾ ਸਾਡੇ ਬਾਪ, ਇਸ ਸੈਕਰਾਮੈਂਟ ਵਿੱਚ ਸ਼ਰੀਕ ਹੋਣ ਨਾਲ ਤੇਰੇ ਲਈ ਸਾਡੀ ਭੁੱਖ ਨੂੰ ਮਿਟਾ ਦੇ ਅਤੇ ਪਿਆਸ ਨੂੰ ਬੁਝਾ ਦੇ। ਬਖਸ਼ ਦੇ ਕਿ ਅਸੀਂ ਤੇਰੇ ਬੇਟੇ ਯਿਸੂ ਮਸੀਹ ਵਿੱਚ ਬਦਲ ਜਾਈਏ, ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ। ਆਮੀਨ। ਰੱਬ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਸਰਵ ਸ਼ਕਤੀਮਾਨ ਖੁਦਾ ਬਾਪ ਅਤੇ ਬੇਟਾ ਅਤੇ ਰੂਹ ਪਾਕ ਤੁਹਾਨੂੰ ਸਾਰਿਆਂ ਨੂੰ ਆਪਣਾ ਆਸ਼ੀਰਵਾਦ ਪ੍ਰਦਾਨ ਕਰੇ। ਆਮੀਨ। ਪਵਿੱਤਰ ਕੁਰਬਾਨੀ ਚੜਾਈ ਗਈ ਮਸੀਹ ਦੀ ਸ਼ਾਂਤੀ ਵਿੱਚ ਜਾਈਏ। ਖੁਦਾ ਦਾ ਸ਼ੁਕਰ ਹੋਵੇ। ਦੁਆ ਯਾਦ ਕਰ ਯਾਦ ਕਰ ਹਾਏ ਮਿਹਰਬਾਨ ਕੁਆਰੀ ਮਰੀਮ, ਭਈ ਕਦੇ ਇਹ ਨਹੀਂ ਸੁਣਿਆ ਗਿਆ ਕਿ ਕੋਈ ਤੇਰੀ ਪਨਾਹ ਲੱਭਦਿਆਂ, ਤੇਰੀ ਮਦਦ ਚਾਹੁੰਦਿਆਂ, ਤੇਰੀ ਸਿਫਾਰਿਸ਼ ਮੰਗਦਿਆਂ ਤੇਰੇ ਤੋਂ ਖਾਲੀ ਗਿਆ ਹੋਵੇ। ਐ ਕੁਆਰੀ ਕੁਆਰੀਆਂ ਦੀ ਅਤੇ ਮੇਰੀ ਮਾਂ, ਇਸ ਤਸੱਲੀ ਨਾਲ ਤੇਰੇ ਕੋਲ ਨਸਾ ਹੁੰਦਾ ਹਾਂ ਅਤੇ ਤੇਰੇ ਅੱਗੇ ਖੜੋ ਕੇ ਗਨਾਹੀ ਰੋਂਦਾ ਹਾਂ। ਐ ਦੇ ਤਾਰੀਏ ਕਲਾਮ ਦੀ ਮਾਂ, ਮੇਰਾ ਜਨਮ ਕੀ ਨਾ ਜਾਣ, ਸਗੋਂ ਮਿਹਰਬਾਨੀ ਨਾਲ ਸੁਣ ਅਤੇ ਕਬੂਲ ਕਰ। ਆਮੀਨ। ਮਾਤਾ ਮਰੀਮ ਸ਼ਾਂਤੀ ਦੀ ਰਾਣੀ, ਸਾਡੇ ਲਈ ਦੁਆ ਕਰ। ਸੰਤ ਯੂਸਫ, ਸਾਡੇ ਲਈ ਦੁਆ ਕਰ। ਧੰਨ ਦੇਵਾ ਸਹਾਇਮ, ਸਾਡੇ ਲਈ ਦੁਆ ਕਰ। ਅਸੀਂ ਰੱਬ ਦੇ ਬੰਦੇ ਹਾਂ ਤੇ ਰੱਬ ਸਾਨੂੰ ਪਿਆਰ ਕਰਦਾ ਹੈ। ਅਸੀਂ ਰੱਬ ਦੇ ਬੰਦੇ ਹਾਂ ਤੇ ਰੱਬ ਸਾਨੂੰ ਪਿਆਰ ਕਰਦਾ ਹੈ। ਅਸੀਂ ਰੁਲਦੇ ਫਿਰਦੇ ਸਾਂ, ਅਸੀਂ ਰੁਲਦੇ ਫਿਰਦੇ ਸਾਂ, ਤੇ ਹੁਣ ਸਾਨੂੰ ਯਿਸੂ ਮਿਲਿਆ ਹੈ। ਅਸੀਂ ਰੱਬ ਦੇ ਬੰਦੇ ਹਾਂ ਤੇ ਰੱਬ ਸਾਨੂੰ ਪਿਆਰ ਕਰਦਾ ਹੈ। ਅਸੀਂ ਰੱਬ ਦੇ ਬੰਦੇ ਹਾਂ ਤੇ ਰੱਬ ਸਾਨੂੰ ਪਿਆਰ ਕਰਦਾ ਹੈ। ਅਸੀਂ ਲੱਭਦੇ ਫਿਰਦੇ ਸਾਂ ਖੁਦਾ ਦੀਆਂ ਸੱਚੀਆਂ ਰਾਹਾਂ ਨੂੰ। ਅਸੀਂ ਲੱਭਦੇ ਫਿਰਦੇ ਸਾਂ ਖੁਦਾ ਦੀਆਂ ਸੱਚੀਆਂ ਰਾਹਾਂ ਨੂੰ। ਅਸੀਂ ਨਿੱਤ ਤਰਸਦੇ ਸਾਂ ਪਿਆਰ ਦੀਆਂ ਠੰਡੀਆਂ ਛਾਵਾਂ ਨੂੰ। ਅਸੀਂ ਨਿੱਤ ਤਰਸਦੇ ਸਾਂ ਪਿਆਰ ਦੀਆਂ ਠੰਡੀਆਂ ਛਾਵਾਂ ਨੂੰ। ਪਿਆਰ ਦੀਆਂ ਠੰਡੀਆਂ ਛਾਵਾਂ ਨੂੰ। ਸਾਨੂੰ ਸੱਚੀ ਜ਼ਿੰਦਗੀ ਦਾ ਯਿਸੂ ਨੇ ਰਸਤਾ ਦੱਸਿਆ ਹੈ। ਸਾਨੂੰ ਸੱਚੀ ਜ਼ਿੰਦਗੀ ਦਾ ਯਿਸੂ ਨੇ ਰਸਤਾ ਦੱਸਿਆ ਹੈ। ਅਸੀਂ ਰੁਲਦੇ ਫਿਰਦੇ ਸਾਂ, ਅਸੀਂ ਰੁਲਦੇ ਫਿਰਦੇ ਸਾਂ, ਤੇ ਹੁਣ ਸਾਨੂੰ ਯਿਸੂ ਮਿਲਿਆ ਹੈ। ਅਸੀਂ ਰੱਬ ਦੇ ਬੰਦੇ ਹਾਂ ਤੇ ਰੱਬ ਸਾਨੂੰ ਪਿਆਰ ਕਰਦਾ ਹੈ। ਅਸੀਂ ਰੱਬ ਦੇ ਬੰਦੇ ਹਾਂ ਤੇ ਰੱਬ ਸਾਨੂੰ ਪਿਆਰ ਕਰਦਾ ਹੈ। ਤੇ ਰੱਬ ਸਾਨੂੰ ਪਿਆਰ ਕਰਦਾ ਹੈ।